ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ ਤੇ ਥਰਸਡੇ ਆ ਚੁੱਕਿਆ ਜੀ। ਥਰਸਡੇ ਇਸ ਇਸ ਦਿਨ ਅਸੀਂ ਬਕਾਇਦਾ ਤੌਰ ਤੇ ਜਿਹੜੀ ਹੈਗੀ ਹੈ ਮਾਰਗੇਜ ਅਤੇ ਰੀਅਲਟੀ ਬਿਜ਼ਨਸ ਦੇ ਵਿੱਚ ਕੀ ਕੁਝ ਚੱਲ ਰਿਹਾ ਵੈਨ ਇਟ ਕਮਸ ਟੂ ਨਿਊਯਾਰਕ, ਕੀ ਕੁਝ ਰੀਅਲ ਏਸਟੇਟ ਜਗਤ ਦੇ ਵਿੱਚ ਸਰਗਰਮੀਆਂ ਹਨ ਔਰ ਮਾਰਗੇਜ ਜਗਤ ਦੇ ਵਿੱਚ ਸਰਗਰਮੀਆਂ ਹਨ। ਪਰ ਲਗਾਤਾਰ ਅਸੀਂ ਪਿਛਲੇ ਕਈ ਵੀਕਾਂ ਤੋਂ ਤੁਹਾਨੂੰ ਰੀਅਲ ਏਸਟੇਟ ਜਗਤ ਦੀਆਂ ਜਿਹੜੀਆਂ ਖਬਰਾਂ ਨਿਊਯਾਰਕ ਦੇ ਅੰਦਰ ਉਹ ਦੱਸਦੇ ਹਾਂ। ਪੰਜਾਬ ਐਵਨਿਊ ਤੋਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜਦੇ ਹਨ ਹਰਮਨ ਸਿੰਘ ਜੀ ਤੇ ਨਾਲ ਉਹਨਾਂ ਦੇ ਕੁਲੀਗ। ਅੱਜ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਜੀ। ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਾਬ ਐਵਨਿਊ, ਜਿੱਥੇ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਜੀ ਅਤੇ ਹਰਮਨ ਸਿੰਘ ਜੀ। ਉਹਨਾਂ ਦੋਵਾਂ ਦਾ ਮੈਂ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਤੇ ਨਾਲ ਹੀ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ ਸਕਾਈਪ ਦੇ ਰਾਹੀਂ ਜਿਹੜਾ ਹੈਗਾ ਬਕਾਇਦਾ ਤੌਰ ਤੇ ਤੁਹਾਡੇ ਘਰਾਂ ਤੱਕ ਪਹੁੰਚਾ ਰਹੇ ਹਾਂ। ਕੋਈ ਰੁਝੇਵਿਆਂ ਕਾਰਨ ਸਟੂਡੀਓ ਤੋਂ ਪ੍ਰੋਗਰਾਮ ਨਹੀਂ ਹੋ ਸਕਿਆ, ਪਰ ਅਸੀਂ ਅੱਜ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਵੀਕ ਵੀ ਤੁਹਾਨੂੰ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਦੇ ਰਹੇ ਹਾਂ। ਹਰਮਨ ਸਿੰਘ ਜੀ, ਗੁਰਦੀਪ ਸਿੰਘ ਜੀ, ਵੀ ਵੈਲਕਮ ਯੂ। ਹਾਊ ਆਰ ਯੂ ਗਾਇਜ਼? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਜੀ। ਕਿਵੇਂ ਰਿਹਾ ਲਾਸਟ ਵੀਕ ਤੁਹਾਡਾ, ਔਰ ਕਿੰਨੇ ਕੁ ਕਲੋਜ਼ਿੰਗਸ ਹੋਈਆਂ, ਕਿਵੇਂ ਤੁਹਾਡੇ ਕਲਾਇੰਟਸ ਦਾ ਐਕਸਪੀਰੀਅੰਸ ਰਿਹਾ, ਕਿੰਨੇ ਕੁ ਘਰ ਜਿਹੜੇ ਮਾਰਕੀਟ ਦੇ ਵਿੱਚ ਨਵੇਂ ਆਏ ਨੇ? ਸਾਡੇ ਦੇਖੋ ਮਾਰਕੀਟ ਜਿਵੇਂ ਵੀਕ ਸਾਡਾ ਬਿਜ਼ੀ ਹੈ, ਸਮਰ ਟਾਈਮ ਹੈ। ਸਮਰ ਟਾਈਮ 'ਚ ਰੀਅਲ ਏਸਟੇਟ ਬਹੁਤ ਬਿਜ਼ੀ ਹੁੰਦੀ ਹੈ ਐਜ਼ ਯੂਜੂਅਲ, ਕਿ ਕਲਾਇੰਟਲ ਬੜੀ ਆਉਂਦੀ ਹੈ। ਸਾਡਾ ਆਫਿਸ ਜੋ ਪੰਜਾਬ ਦੇ ਕੋਲ ਦਾ ਆਫਿਸ ਹੈਗਾ, ਉਹ ਆਫਿਸ ਬਹੁਤ ਬਿਜ਼ੀ ਹੈ, ਕਾਫੀ ਫੁੱਟ ਟ੍ਰੈਫਿਕ ਹੈ, ਕਿਉਂਕਿ ਅਸੀਂ ਆਪਣਾ ਇੱਕ ਗੜ੍ਹ ਦੇ ਵਿੱਚ ਬੈਠੇ ਹੋਏ ਹਾਂ ਆਪਣੇ ਪੰਜਾਬੀਆਂ ਦੇ। ਤੇ ਸਾਨੂੰ ਇਟਸ ਵੈਰੀ ਕਨਵੀਨੀਅੰਟ ਲੋਕੇਸ਼ਨ ਕਿ ਕੋਈ ਵੀ ਵਾਕਿੰਗ ਕਰਕੇ ਆ ਸਕਦਾ ਹੈ ਸਾਡੇ ਆਫਿਸ ਦੇ ਵਿੱਚ। ਸਾਡੇ ਕੋਲ ਸਾਰਾ ਦਿਨ ਕੋਈ ਲੋਕ ਆਉਂਦੇ ਰਹਿੰਦੇ, ਕੋਈ ਸਲਾਹ ਲੈਣਾ, ਸਿਰਫ ਘਰ ਲੈਣਾ ਹੈ ਜਾਂ ਪਲਾਨ ਕਰਨਾ ਹੈ। ਕੱਲ੍ਹ ਸਾਡੇ ਕੋਲ ਕੋਈ ਆਪਣੇ ਪਰਸੋਂ ਆਏ ਸੀਗੇ ਆਪਣੇ ਸਾਡੇ ਭਾਜੀ ਕਿ ਵੀ ਮੈਨੂੰ ਆਪਣਾ ਮੋਡੀਫਿਕੇਸ਼ਨ ਬਾਰੇ ਥੋੜ੍ਹਾ ਜਿਹੀ ਇਨਫੋਰਮੇਸ਼ਨ ਚਾਹੀਦੀ ਸੀ ਉਹਨਾਂ ਨੂੰ। ਤਾਂ ਬਈ ਇਟਸ ਲਾਈਕ ਕਨਵੀਨੀਅੰਟ ਲੋਕੇਸ਼ਨ। ਅਸੀਂ ਕਮਿਊਨਿਟੀ 'ਚ ਬੈਠੇ ਹੋਏ ਹਾਂ, ਕਮਿਊਨਿਟੀ ਦੀ ਸੇਵਾ 'ਚ ਬੈਠੇ ਹਾਂ ਤੇ ਘਰਾਂ ਦਾ ਕੰਮ ਕਰਦੇ ਹਾਂ, ਮੋਰਗੇਜ ਕਰਦੇ। ਸਾਨੂੰ ਸਾਰੀ ਆਲਮੋਸਟ ਜਿੰਨੀ ਇਸ ਕੰਟਰੀ ਮੈਂ ਉਮਰ ਮੈਂ ਆਇਆ ਤਦ ਤੋਂ ਮੈਂ ਹੀ ਕੰਮ 'ਚ ਪਿਆ ਹੋਇਆ ਤੇ ਵੀ ਆਰ ਹੈਲਪਿੰਗ ਪੀਪਲ ਟੂ ਅਕੰਪਲਿਸ਼ ਦੇਅਰ ਅਮਰੀਕਨ ਡ੍ਰੀਮ। ਉਹਨਾਂ ਨੂੰ ਘਰ ਲੈ ਕੇ ਦੇਣਾ। ਤੇ ਮਾਰਕੀਟ ਗਰਮ ਹੈ, ਸਮਰ ਟਾਈਮ 'ਚ ਮਾਰਕੀਟ ਬਹੁਤ ਗਰਮ ਹੁੰਦੀ ਹੈ, ਵਿੰਟਰ 'ਚ ਥੋੜ੍ਹੀ ਸਲੋ ਹੁੰਦੀ ਹੈ। ਤੇ ਜਿਨ੍ਹਾਂ ਨੇ ਘਰ ਲੈਣਾ ਇਸ ਟਾਈਮ ਤੁਸੀਂ ਓਪਨਲੀ ਘਰ ਜਾ ਕੇ ਵੇਖ ਸਕਦੇ ਹੋ, ਕਿਉਂਕਿ ਵੈਦਰ ਅੱਛਾ ਹੋਵੇ। ਜਦੋਂ ਸਨੋ ਪੈ ਜਾਂਦੀ ਹੈ ਮਾਰਕੀਟ ਡੁੱਬ ਜਾਂਦੀ ਹੈ, ਬਾਇਰ ਵੀ ਥੋੜ੍ਹਾ ਹੈਜ਼ੀਟੇਟ ਕਰਦੇ ਨੇ ਕਿ ਅਸੀਂ ਸਨੋ 'ਚ ਜਾਈਏ, ਕੋਈ ਸਲਿੱਪ ਨਾਲ ਗਿਰ ਨਾ ਪਾਈਏ। ਤਾਂ ਇਸ ਕਰਕੇ ਜਿਨ੍ਹਾਂ ਨੇ ਘਰ ਲੈਣਾ ਹੈ, ਦਿਸ ਇਜ਼ ਅ ਪਰਫੈਕਟ ਟਾਈਮ ਨਾਓ। ਨੈਕਸਟ 1.5 ਮਹੀਨਾ ਦਾ ਉਹ ਟਾਈਮ ਹੈਗਾ, ਕਿਉਂਕਿ ਜਦੋਂ ਕ੍ਰਿਸਮਸ ਆਉਂਦੀ ਹੈ, ਕ੍ਰਿਸਮਸ ਦੇ ਟਾਈਮ ਤੇ ਮੋਸਟਲੀ ਅਮਰੀਕਨ ਲੋਕ ਆਪਣਾ ਘਰ ਦੇਖਣਾ ਬੰਦ ਕਰ ਦਿੰਦੇ ਨੇ। ਤੇ ਇਸ ਕਰਕੇ ਜਿਨ੍ਹਾਂ ਨੇ ਘਰ ਲੈਣਾ ਹੈ, ਦਿਸ ਇਜ਼ ਅ ਪਰਫੈਕਟ ਟਾਈਮ ਟੂ ਕਾਲ ਅਸ। ਅਸੀਂ ਤੁਹਾਨੂੰ ਪ੍ਰੀ ਪੋਲ ਤੁਹਾਨੂੰ ਕਰਾ ਕੇ ਦੇਵਾਂਗੇ, ਤੁਹਾਨੂੰ ਘਰ ਦਿਖਾਵਾਂਗੇ। ਬਿਲਕੁਲ, ਬਹੁਤ ਜ਼ਰੂਰੀ ਹੋ ਜਾਂਦਾ ਕਿ ਜਦ ਤੁਸੀਂ ਆਪਣੇ ਘਰ ਦੀ ਵੈਲਿਊ ਜਿਹੜੀ ਹੈ ਉਹ ਅਸੈਸ ਕਰਾਉਂਦੇ ਹੋ, ਲਗਵਾਉਂਦੇ ਹੋ। ਸੋ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਹੋਰ ਵੀ ਨਵੀਂ ਅਪਡੇਟਸ ਆ ਰਹੀਆਂ ਹਨ, ਉਹਦੇ ਬਾਰੇ ਵੀ ਜਾਣਾਂਗੇ। ਵਾਈ ਅਪਰੇਜ਼ਲ ਵੈਲਿਊ ਕਮਿੰਗ ਲੋ, ਔਰ ਇਸ ਬਾਰੇ ਵੀ ਜ਼ਰੂਰ ਅਸੀਂ ਚਾਨਣਾ ਪਾਉਣਾ ਚਾਹਾਂਗੇ ਗੁਰਦੀਪ ਸਿੰਘ ਜੀ ਹੋਰਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਰਕੀਟ ਇਸ ਟਾਈਮ ਬਹੁਤ ਅੱਛੀ ਚੱਲ ਰਹੀ ਹੈ। ਰੀਅਲ ਸਟੇਟ ਦੀ ਪ੍ਰਾਈਸਿਸ ਡੈਫੀਨਿਟਲੀ ਹਲੇ ਵੀ ਅਪ ਨੇ, ਇਟਸ ਨਾਟ ਗੋਇੰਗ ਡਾਊਨ। ਤੇ ਵੀ ਆਰ ਬੈਕ ਐਂਡ ਫੋਰ ਵਰਕਿੰਗ ਵਿਦ ਆਵਰ ਬਾਇਰਸ ਐਂਡ ਆਵਰ ਸੈਲਰਸ। ਤੇ ਅਸੀਂ ਪੂਰੀ ਟਰਾਈ ਕਰ ਰਹੇ ਹਾਂ, ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਜਿਹੜੇ ਬਾਇਰ ਨੇ ਸਾਡੇ, ਉਹਨਾਂ ਨੂੰ ਉਹਨਾਂ ਦੇ ਮਤਲਬ ਦੀ, ਉਹਨਾਂ ਦੀ ਮਰਜ਼ੀ ਦਾ ਘਰ ਅਸੀਂ ਲੈ ਕੇ ਦੇਈਏ, ਜਿਹਦੇ ਨਾਲ ਪੂਰੀ ਫੈਮਿਲੀ ਇੱਕ ਹੈਪੀ ਮੋਡ ਦੇ ਵਿੱਚ, ਬੱਚੇ ਆਪਣੀ ਪਸੰਦ ਦੇ, ਵੱਡੇ ਆਪਣੀ ਪਸੰਦ ਦੇ, ਲੋਕੇਸ਼ਨ ਦੇ ਹਿਸਾਬ ਨਾਲ, ਰਿਕੁਆਇਰਮੈਂਟ ਦੇ ਹਿਸਾਬ ਨਾਲ। ਕਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਗੁਰਦੁਆਰੇ ਦੇ ਨੇੜੇ ਹੋਵੇ, ਕਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਟਰਾਂਸਪੋਰਟੇਸ਼ਨ ਦੇ ਨੇੜੇ ਹੋਵੇ, ਕਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਮਾਰਕੀਟ ਦੇ ਨੇੜੇ ਹੋਵੇ, ਮਾਲਸ ਨੇੜੇ ਹੋਣ। ਤੇ ਵੀ ਚੈੱਕ ਐਵਰੀਥਿੰਗ। ਅਸੀਂ ਸਾਰਿਆਂ ਨਾਲ ਬੈਠ ਕੇ ਇੱਕ ਪੂਰਾ ਮੀਟਿੰਗ ਕਰਦੇ ਹਾਂ ਫੈਮਿਲੀ ਦੇ ਨਾਲ, ਸਾਰੀ ਰਿਕੁਆਇਰਮੈਂਟਸ ਅਸੀਂ ਨੋਟ ਡਾਊਨ ਕਰਦੇ ਹਾਂ। ਫਿਰ ਉਸ ਤੋਂ ਬਾਅਦ ਵੀ ਸਟਾਰਟ ਵਰਕਿੰਗ ਵਿਦ ਦੇਅਰ ਰਿਕੁਆਇਰਮੈਂਟਸ ਤੇ ਡੈਫੀਨਿਟਲੀ ਵੀ ਡੂ ਆਵਰ ਬੈਸਟ ਟੂ ਫਾਈਂਡ them their perfect house। ਬਿਲਕੁਲ। ਨਾਲ ਹੀ ਜਿਹੜੇ ਵਿਊਅਰਸ ਆਪਣਾ ਘਰ ਵੇਚਣਾ ਵੀ ਚਾਹੁੰਦੇ ਹੈ ਔਰ ਆਪਣਾ ਘਰ ਖਰੀਦਣਾ ਵੀ ਚਾਹੁੰਦੇ ਆ, ਤਾਂ ਓਮਨੀ ਰਿਐਲਟੀ ਦੀ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ। ਜੇਕਰ ਤੁਸੀਂ ਘਰ ਸੈਲ ਕਰ ਰਹੇ ਹੋ ਔਰ ਤੁਹਾਨੂੰ ਟਾਪ ਡਾਲਰ ਚਾਹੀਦਾ ਹੈ, ਵੈਦਰ ਯੂ ਆਰ ਇਨ ਕੁਈਨਸ ਔਰ ਵੈਦਰ ਯੂ ਆਰ ਇਨ ਲੌਂਗ ਆਈਲੈਂਡ, ਯੂ ਵਾਂਟ ਟੂ ਸੈਲ ਯੂਰ ਹਾਊਸ, ਯੂ ਕੈਨ ਕੰਟੈਕਟ ਗੁਰਦੀਪ ਸਿੰਘ ਜੀ। ਐਂਡ ਗੁਰਦੀਪ ਸਿੰਘ ਜੀ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਘਰ ਨੂੰ ਜਿਹੜਾ ਹੈਗਾ ਸੈਲ ਕਰ ਸਕਦੇ ਹੋ। ਔਰ ਜੇਕਰ ਤੁਸੀਂ ਨਵਾਂ ਘਰ ਢੂੰਡ ਰਹੇ ਹੋ ਤਾਂ ਵੀ ਤੁਸੀਂ 7184417000 ਤੇ ਕਾਲ ਕਰਕੇ ਓਮਨੀ ਰਿਐਲਟੀ ਦੀ ਪ੍ਰੋਫੈਸ਼ਨਲ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਹੈ ਬਕਾਇਦਾ ਤੌਰ ਤੇ ਓਮਨੀ ਰਿਐਲਟੀ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਔਰ ਨਾਲ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਸਾਡਾ ਕਸਟਮਾਈਜ਼ ਨਿਊਲੀ ਕੰਸਟਰਕਟਡ ਘਰ ਸਾਨੂੰ ਮਿਲ ਜਾਏ ਔਰ ਤੁਸੀਂ ਆਪਣਾ ਘਰ ਕੁਈਨਸ ਤੋਂ ਵੇਚ ਕੇ ਲੌਂਗ ਆਈਲੈਂਡ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਉਹ ਵੀ ਇਹਨਾਂ ਦੇ ਕੋਲ ਡੀਲਸ ਜਿਹੜੀਆਂ ਅਵੇਲੇਬਲ ਨੇ ਤੇ ਆਪਣੀ ਅਪਾਇੰਟਮੈਂਟ ਹੁਣੇ ਹੀ ਬੁੱਕ ਕਰ ਲਿਓ। ਨੈਕਸਟ ਸਵਾਲ ਹੈਗਾ ਜੀ, I put down my 5% when bank is asking me to put down more, what should I do? ਦੇਖੋ, ਇੱਕ ਰੀਜ਼ਨ ਹੁੰਦਾ ਵੇ ਕਿ ਤੁਸੀਂ ਅਗਰ 5% ਡਾਊਨ ਤੇ ਕਰ ਲੈਣਾ ਚਾਹੁੰਦੇ ਹੋ
ਤੇ ਬੈਂਕ ਨੇ ਵਾਪਸ ਆ ਕੇ ਤੁਹਾਨੂੰ ਕਿਹਾ ਵੀ ਤੁਸੀਂ 10% ਡਾਊਨ ਦਿਓ ਜਾਂ 15% ਡਾਊਨ ਦਿਓ। ਉਹਦਾ ਰੀਜ਼ਨ ਇਹ ਹੁੰਦੇ ਨੇ ਕਿ ਬਈ ਜਾਂ ਤੇ ਤੁਹਾਡੀ ਇਨਕਮ ਜਿਹੜੀ ਹੈ ਕੁਆਲੀਫਾਈ ਨਹੀਂ ਹੋਈ, ਇਨਫ ਇਨਕਮ ਨਹੀਂ ਸੀਗੀ, ਤੇ ਤੁਹਾਨੂੰ ਇਨਕਮ ਥੋੜੀ ਹੋਰ ਚਾਹੀਦੀ ਹੈ, ਇਨਕਮ ਤੇ ਵੱਧ ਨਹੀਂ ਸਕਦੀ ਜੋ ਇਨਕਮ ਤੁਹਾਡੀ ਹੈਗੀ ਹੈ, ਤੇ ਉਹ ਡਾਊਨ ਪੇਮੈਂਟ ਵਧਾਉਣ ਨਾਲ ਤੁਹਾਡੀ ਜਿਹੜੀਆਂ ਰੇਸ਼ੋ ਹੁੰਦੀਆਂ ਨੇ ਬੈਂਕ ਦੇ ਜੋ ਯੂਜ਼ ਕਰਦੇ ਨੇ ਉਹ ਰੇਸ਼ੋ ਠੀਕ ਹੁੰਦੀਆਂ ਨੇ। ਤੇ ਜਾਂ ਤੁਹਾਡੀ ਅਪਰੇਜ਼ਲ ਵੈਲਿਊ ਅਗਰ ਘੱਟ ਆਈ ਹੈ ਤਾਂ ਵੀ ਉਸ ਕੇਸ ਵਿੱਚ ਬੈਂਕ ਕਹਿੰਦਾ ਥੋੜਾ ਐਕਸਟਰਾ ਪੈਸੇ ਪਾ ਦਿਓ ਡਾਊਨ ਪੇਮੈਂਟ। ਤੇ ਮਸਟ ਬੀ ਰੀਜ਼ਨ। ਕਈ ਵਾਰ ਬੈਂਕ ਇਹ ਵੀ ਕਹਿੰਦਾ ਕਿ ਤੁਹਾਡੇ ਕ੍ਰੈਡਿਟ ਕਾਰਡ ਦੀ ਲਾਇਬਿਲਿਟੀ ਜ਼ਿਆਦਾ ਹੈ, ਆਪਣੇ ਇੱਕ ਦੋ ਕ੍ਰੈਡਿਟ ਕਾਰਡ ਪੇ ਕਰ ਦਿਓ ਤੇ ਕੁਆਲੀਫਾਈ ਕਰ ਜਾਓ। ਤੇ ਅਗਰ ਡਾਊਨ ਪੇਮੈਂਟ ਰਿਕੁਆਇਰਡ ਮੋਰ ਮੰਗਦੇ ਪਏ ਨੇ, ਆਮ ਪ੍ਰੀਟੀ ਸ਼ੋਰ ਕਿ ਇਨਕਮ ਕੁਆਲੀਫਿਕੇਸ਼ਨ ਦਾ ਇਸ਼ੂ ਹੋਏਗਾ ਕਿ ਜਿਹੜਾ ਇਸ਼ੂ ਹੁੰਦਾ ਵੇ ਕਾਮਨਲੀ ਕਿ ਸਾਨੂੰ ਥੋੜੀ ਜਿਹੀ ਇਨਕਮ ਕਈ ਵਾਰ ਸ਼ਾਰਟ ਪੈ ਜਾਂਦੀ ਹੈ, ਅਸੀਂ ਲੋਨ ਸਬਮਿਟ ਕੀਤਾ, ਬੈਂਕ ਨੇ ਵਾਪਸ ਆਇਆ, ਬੈਂਕ ਨੇ ਕਹਿੰਦੇ ਅਸੀਂ ਇਨਕਮ ਕੈਲਕੂਲੇਟ ਕੀਤੀ ਹੈ, ਜਾਂ ਤੁਹਾਡੇ ਆਵਰਸ ਡ੍ਰੌਪ ਹੋ ਗਏ, ਪਹਿਲੇ 40 ਆਵਰ ਕਰ ਰਹੇ ਸੀ ਉਹ 32 ਆਵਰਸ ਹੋ ਗਏ, ਤੇ ਇਨਕਮ 'ਚ ਫਲਕਚੁਏਸ਼ਨ ਦੇ ਨਾਲ ਥੋੜਾ ਜਿਹਾ ਰਿਕੁਆਇਰਮੈਂਟ ਵੱਧ ਜਾਂਦੀ ਹੈ ਡਾਊਨ ਪੇਮੈਂਟ ਦੀ। ਤੇ ਮਸਟ ਬੀ ਰੀਜ਼ਨ। ਅਗਰ ਤੁਹਾਨੂੰ ਹੋਰ ਕੋਈ ਐਸਾ ਪਰਸਨਲ ਕੋਈ ਕੁਐਸਚਨ ਹੈਗਾ ਜਾਂ ਕੋਈ ਇਸ਼ੂ ਹੈ, ਗਿਵ ਮੀ ਅ ਕਾਲ, ਮੈਂ ਤੁਹਾਨੂੰ ਫ੍ਰੀ ਐਡਵਾਈਸ ਦਵਾਂਗਾ। ਜੋ ਤੁਹਾਡਾ ਚੱਲ ਰਿਹਾ ਆਲਰੇਡੀ ਕਿਸੇ ਨੂੰ ਅਪਲਾਈ ਕੀਤਾ ਹੋਇਆ, ਕੰਟੀਨਿਊ ਵਿਦ ਦੈਮ, ਬਿਕਾਜ਼ ਉਹਨਾਂ ਨੇ ਮੋਸਟਲੀ ਕੰਮ ਕੀਤਾ ਹੁੰਦਾ ਸਾਰਾ। ਤੇ ਅਸੀਂ ਨਹੀਂ ਕਿਸੇ ਦਾ ਲੋਨ ਅਸੀਂ ਲੈਣਾ ਚਾਹੁੰਦੇ ਹਾਂ, ਬਟ ਵੀ ਵਿਲ ਹੈਲਪ ਯੂ ਕਿ ਉਹਨੂੰ ਸਿਚੁਏਸ਼ਨ ਕਿਵੇਂ ਠੀਕ ਕਰਕੇ ਉਸ ਤੁਹਾਡਾ ਲੋਨ ਕਲੋਜ਼ ਕਰਾ ਦਈਏ। ਬਿਲਕੁਲ ਗੁਰਦੀਪ ਸਿੰਘ ਜੀ, ਕੀ ਕੁਝ ਜਿਹੜੇ ਕਲਾਇੰਟਸ ਨੇ ਉਹ ਡਿਮਾਂਡ ਕਰਦੇ ਆ ਵੈਨ ਇਟ ਕਮਸ ਟੂ ਬਾਇੰਗ ਅ ਹਾਊਸ? ਡੈਫੀਨਿਟਲੀ ਜੀ, ਉਹਨਾਂ ਦੀ ਪਿਕ ਅਪ ਨਾਰਮਲੀ ਦੇ ਆਰ ਫਸਟ ਟਾਈਮ ਹੋਮ ਬਾਇਰ, ਤੇ ਨਰਵਸਨੈਸ ਤਾਂ ਡੈਫੀਨਿਟਲੀ ਹੁੰਦੀ ਹੈ। ਉਹਨਾਂ ਨੂੰ ਬਹੁਤਾ ਇਨਫੋਰਮੇਸ਼ਨ ਨਹੀਂ ਹੁੰਦੀ, ਬਹੁਤਾ ਆਈਡੀਆ ਨਹੀਂ ਹੁੰਦਾ, ਤੇ ਉਹਨਾਂ ਨਾਲ ਅਸੀਂ ਸਕ੍ਰੈਚ ਤੋਂ ਸਾਨੂੰ ਸਟਾਰਟ ਕਰਨਾ ਪੈਂਦਾ ਕੰਮ ਕਰਨਾ। ਉਹਨਾਂ ਦੇ ਕੁਐਸਚਨਸ ਵੀ ਕਾਫੀ ਹੁੰਦੇ ਹੈ। ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਬਜਟ ਪੁੱਛ ਰਹੇ ਹਾਂ, ਤੁਹਾਡਾ ਕਿੰਨਾ ਬਜਟ ਹੈ, ਤੁਹਾਡੇ ਲੋਨ ਦੀ ਕਿੰਨੀ ਕੁਆਲੀਫਿਕੇਸ਼ਨ ਹੈ। ਫਿਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਉਹ 6 ਲੱਖ ਦਾ ਘਰ ਲੈ ਸਕਦੇ ਆ ਜਾਂ 7 ਲੱਖ ਦਾ ਘਰ ਲੈ ਸਕਦੇ ਆ, ਉਹਦੇ ਹਿਸਾਬ ਨਾਲ ਵੀ ਸਟਾਰਟ ਵਰਕਿੰਗ ਵਿਦ ਦਾ ਹਾਊਸ। ਫਿਰ ਉਸ ਤੋਂ ਬਾਅਦ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਵੀ ਜਿਹੜਾ ਅਸੀਂ ਘਰ ਦੇਖਣ ਜਾ ਰਹੇ ਹਾਂ, ਉਹ ਘਰ ਦੀ ਪਲੰਬਿੰਗ ਹੁੰਦੀ ਹੈ, ਇਲੈਕਟ੍ਰਿਕ ਹੁੰਦੀ ਹੈ, ਉਹਦੇ ਘਰ ਦੇ ਵਿੱਚ ਬੋਇਲਰ ਲੱਗੇ ਹੋਏ ਆ, ਕਿਹੜਾ ਬੋਇਲਰ ਹੈ, ਆਇਲ ਹੈ ਕਿ ਗੈਸ ਹੈ, ਆਇਲ ਦੇ ਕੀ ਐਕਸਪੈਂਸਿਸ ਹੈ, ਗੈਸ ਦੇ ਕੀ ਐਕਸਪੈਂਸਿਸ ਹੈ, ਘਰ ਦੀ ਰੂਫ ਕਿੰਨੀ ਪੁਰਾਣੀ ਹੈ, ਘਰ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈ। ਤੇ ਕਈ ਚੀਜ਼ਾਂ ਹੁੰਦੀਆਂ ਨੇ, ਦੇयर ਆਰ ਹੰਡਰਡਸ ਆਫ ਕੁਐਸਚਨਸ ਜਿਹੜਾ ਅਸੀਂ ਬੜੇ ਆਰਾਮ ਨਾਲ ਪੇਸ਼ੈਂਟਲੀ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਇਕੱਲੇ ਕੁਐਸਚਨ ਦਾ ਆਨਸਰ ਦਿੰਦੇ ਹਾਂ। ਕਈ ਵਾਰੀ ਤਾਂ ਉਹਨਾਂ ਨੂੰ ਕਿਸੇ ਚੀਜ਼ ਬਾਰੇ ਪਤਾ ਵੀ ਨਹੀਂ ਹੁੰਦਾ, ਫਿਰ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਹਾਂ, ਨਾਲ ਦੀ ਨਾਲ ਦੱਸਦੇ ਰਹਿੰਦੇ ਹਾਂ ਵੀ ਇਸ ਘਰ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਤੁਹਾਡੀ ਇਹ ਰਿਕੁਆਇਰਮੈਂਟ ਹੈ, ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਲੈਣੀ ਚਾਹੀਦੀ ਹੈ। ਤੇ ਡੈਫੀਨਿਟਲੀ ਇਟਸ ਅ ਲੌਂਗ ਪ੍ਰੋਸੈਸ, ਬਟ ਵੀ ਡੈਫੀਨਿਟਲੀ ਹੈਲਪ them out with everything। ਗੁਰਦੀਪ ਵੀਰ ਜੀ, ਐਵੇਂ ਲੱਗ ਰਿਹਾ ਮੈਨੂੰ ਕਿ ਜਿਵੇਂ ਸਕੂਲ ਦੇ ਵਿੱਚ ਅਸੀਂ ਕਿਸੇ ਮਾਸਟਰ ਨੂੰ ਸਵਾਲ ਪੁੱਛਦੇ ਸੀ ਨਾ, ਔਰ ਮਾਸਟਰ ਜਿਹੜਾ ਉਹ ਇੱਕਦਮ ਤੁਹਾਨੂੰ ਸਾਰਾ ਕੁਝ ਦੱਸਦਾ, ਭਾਵੇਂ ਉਹ ਸਵਾਲ ਮੈਥ ਦਾ ਹੋਵੇ, ਸਾਇੰਸ ਦਾ ਹੋਵੇ, ਕਿੰਨਾ ਵੀ ਔਖਾ ਸਵਾਲ ਹੋਏ। ਸੋ ਤੁਸੀਂ ਉਸ ਤਰੀਕੇ ਨਾਲ ਐਲੋਬਰੇਟ ਕੀਤਾ ਸਾਨੂੰ। ਆਈ ਥਿੰਕ ਜਿਹੜੇ ਤੁਹਾਡੇ ਕਲਾਇੰਟਸ ਨੇ ਉਹਨਾਂ ਨੂੰ ਵੀ ਕਈ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਅੱਜ ਤੁਸੀਂ ਸਕੂਲ ਦੇ ਜਿਹੜੇ ਕਲਾਸ ਟੀਚਰ ਹੈ ਨਾ, ਉਹ ਤੁਸੀਂ ਅੱਜ ਬਣ ਕੇ ਦਿਖਾ ਰਹੇ ਹੋ। ਕਿਵੇਂ ਮਹਿਸੂਸ ਕਰ ਰਹੇ ਹੋ? ਇੰਨੇ ਸਾਲਾਂ ਦਾ ਤੁਹਾਨੂੰ ਤਜਰਬਾ ਹੋ ਚੁੱਕਿਆ, ਹੁਣ ਹਰ ਸਵਾਲ ਦਾ ਜਵਾਬ ਹੈ ਜਾਂ ਤੁਹਾਡਾ ਕੋਈ ਵੀ ਸਵਾਲ ਰੀਅਲ ਐਸਟੇਟ ਜਗਤ ਦੇ ਵਿੱਚ ਹੋਵੇ। ਡੈਫੀਨਿਟਲੀ ਜੀ, ਸਾਡੇ ਕੋਲ ਆਲਮੋਸਟ ਆਈ ਡੋਨਟ ਵਾਂਟ ਟੂ ਪ੍ਰੇਜ਼ ਮਾਈਸੈਲਫ, ਬਟ ਡੈਫੀਨਿਟਲੀ ਜਿਹੜੇ ਵੀ ਸਾਡੇ ਕਲਾਇੰਟਸ ਹੁੰਦੇ ਆ, ਸਾਡੇ ਬਾਇਰਸ ਨੇ, ਸਾਡੇ ਸੈਲਰਸ ਨੇ, we help them out throughout process A ਤੋਂ ਲੈ ਕੇ Z ਤੱਕ। ਅਸੀਂ ਇੱਕ ਇੱਕ ਸਟੈਪ ਦੇ ਉੱਤੇ ਉਹਨਾਂ ਦੀ ਪੂਰੀ ਹੈਲਪ ਕਰਦੇ ਹਾਂ। ਹੁਣ ਰੀਸੈਂਟਲੀ ਲਿਸਟਿੰਗ ਆਈ ਸੀ ਫ੍ਰੈਂਕਲਿਨ ਸਕੁਆਇਰ, ਪ੍ਰੋਪਰਟੀ ਟੈਕਸ ਬਹੁਤ ਹਾਈ ਸੀ, ਇੱਕ ਦੋ ਉਹਨਾਂ ਨੂੰ ਸਲਾਹਾਂ ਦਿੱਤੀਆਂ। ਫਿਰ ਉਹਨਾਂ ਨੇ ਪ੍ਰੋਪਰਟੀ ਤੇ ਮੈਂ ਕਿਹਾ ਕਿ ਵੀ ਤੁਸੀਂ ਆਪਣੇ ਬਲਾਕ ਦੇ ਵਿੱਚ 2 ਬਲਾਕ ਦੇ ਵਿੱਚ ਸਰਚ ਕਰੋ ਵੀ ਬਾਕੀ ਪ੍ਰੋਪਰਟੀਆਂ ਦੇ, ਗਿਵ ਮੀ ਦਾ ਐਡਰੈਸ, ਲੈਟ ਮੀ ਡੂ ਮਾਈ ਸਰਚਸ। ਫਿਰ ਉਹਨਾਂ ਨੇ ਮੈਨੂੰ ਕੋਈ 7-8 ਐਡਰੈਸ ਲੈ ਕੇ ਦਿੱਤੇ, ਮੈਂ ਸਾਰੇ ਐਡਰੈਸ ਸਰਚ ਕੀਤੇ, ਸਾਰਿਆਂ ਦੇ ਪ੍ਰੋਪਰਟੀ ਟੈਕਸ ਮੈਂ ਚੈੱਕ ਕੀਤਾ, ਉਹਦੀ ਲਿਸਟ ਬਣਾ ਕੇ ਫਿਰ ਮੈਂ ਉਹਨਾਂ ਨੂੰ ਦਿੱਤੀ। ਮੈਂ ਕਿਹਾ ਤੁਹਾਡੀ ਪ੍ਰਾਪਰਟੀ ਦੇ ਟੈਕਸਸ ਬਹੁਤ ਹਾਈ ਨੇ, $7,000-8,000 ਰੈਗੂਲਰ ਟੈਕਸਸ ਨਾਲੋਂ ਉਹਨਾਂ ਦੇ ਵੱਧ ਸੀ। ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਆਪਣੇ ਟਾਊਨ 'ਚ ਜਾਓ, ਟਾਊਨ 'ਚ ਜਾ ਕੇ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੂਰੀ ਡਿਟੇਲ ਡਿਸਕਸ ਦਿਓ। ਅਗਰ ਤੁਹਾਨੂੰ ਲੋੜ ਪੈਂਦੀ ਹੈ ਤੇ ਕਾਲ ਮੀ ਫਰੋਮ ਦਾ ਟਾਊਨ, ਆਈ ਵਿਲ ਆਨਸਰ ਯੂਰ ਫੋਨ। ਮੈਂ ਟਾਊਨ ਦੇ ਜਿਹੜਾ ਬੰਦਾ ਹੋਏਗਾ, ਇੰਸਪੈਕਟਰ ਹੋਏਗਾ, ਉਹਦੇ ਨਾਲ ਮੈਂ ਗੱਲ ਕਰਾਂਗਾ, ਉਹਨੂੰ ਮੈਂ ਐਕਸਪਲੇਨ ਕਰਾਂਗਾ, ਕਿਉਂਕਿ ਕਈ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਜਿਹੜੀਆਂ ਸਾਨੂੰ ਪਤਾ ਹੁੰਦੀਆਂ ਨੇ। ਤੇ ਫਿਰ ਉਹੀ ਗੱਲ ਹੋਈ, ਜੇ ਟਾਊਨ 'ਚ ਗਏ, ਉਹਨਾਂ ਦੇ 2 ਚੱਕਰ ਲੱਗੇ। ਅੱਜ ਕੀ ਹੋ ਰਿਹਾ ਕਿ ਟਾਊਨ ਨੇ ਉਹਨਾਂ ਨੂੰ ਕਿਹਾ ਕਿ ਡੈਫੀਨਿਟਲੀ we going to reduce your taxes $5,000 ਤੇ end of the ਤੁਹਾਡੇ ਕੋਲੋਂ ਲੈਟਰ ਆ ਜਾਏਗੀ। ਤੇ this is what we try to do, help our customer। ਅਸੀਂ ਪੂਰਾ ਜ਼ੋਰ ਲਾਉਂਦੇ ਆਪਣਾ, ਪੂਰੀ ਹੈਲਪ ਕਰਦੇ ਹਾਂ, ਤੇ at the end of the day ਕਲਾਇੰਟ ਦੀ ਮਨੀ ਸੇਵ ਹੁੰਦੀ ਹੈ ਤੇ ਸਾਡੀ ਵੀ ਮਨੀ ਸੇਵ ਹੁੰਦੀ ਹੈ। ਤੇ this is it's like a happy ending। ਬਿਲਕੁਲ ਹੈਪੀ ਐਂਡਿੰਗ ਹੋਣੀ ਚਾਹੀਦੀ। ਜ਼ੋਰ ਤੁਸੀਂ ਪੂਰਾ ਜਿਮ ਦੇ ਵਿੱਚ ਵੀ ਲਾਉਂਦੇ ਹੋ, ਉਹ ਵੀ ਅਸੀਂ ਵੇਖਦੇ ਹਾਂ, ਤੇ ਹੁਣ ਤੁਸੀਂ ਜ਼ੋਰ ਜਿਹੜਾ ਆਪਣੇ ਕਲਾਇੰਟਸ ਦੇ ਨਾਲ ਵੀ ਲਾਇਆ। ਆਈ ਥਿੰਕ it is very important to have customer satisfaction when you are in this industry, and when customer is happy, client is happy, everyone is happy, and at the end of the day we have to make all the person, those who are involving in real estate, in mortgage, in your business, they have to be happy। Let's go to our next question, and ਕੀ ਕੁਝ ਹੋਰ ਜਿਹੜੇ ਸਾਡੇ
ਦਰਸ਼ਕ ਨੇ ਉਹ ਸਵਾਲ ਭੇਜ ਰਹੇ ਨੇ। ਸਵਾਲ ਹੈ ਜੀ, ਕੈਨ ਆਈ ਡੂ ਰੈਫਰੈਂਸ ਕੈਸ਼ ਆਊਟ ਟੂ ਪੇ ਆਫ ਆਲ ਦ ਕ੍ਰੈਡਿਟ ਕਾਰਡ ਐਂਡ ਲਾਇਬਿਲਿਟੀਜ਼? ਡੈਫੀਨਿਟਲੀ ਜੇ ਤੁਹਾਡੇ ਘਰ ਦੇ ਵਿੱਚ ਐਕਚੁਅਲੀ ਹੈਗੀ ਹੈ, ਜਿਹੜਾ ਕਿ ਬਹੁਤ ਹੀ ਕਾਮਨ ਇੱਕ ਪ੍ਰੈਕਟਿਸ ਹੈਗੀ ਅਮਰੀਕਾ ਦੇ ਵਿੱਚ, ਕਿਉਂਕਿ ਕ੍ਰੈਡਿਟ ਕਾਰਡਾਂ ਦੇ ਇੰਟਰਸਟ ਰੇਟ ਹੁੰਦੇ ਨੇ 16% ਤੋਂ ਲੈ ਕੇ 24% ਤੱਕ, ਤੇ ਮੌਰਗੇਜ ਰੇਟਸ ਜਿਹੜੇ ਲੋਐਸਟ ਚੱਲ ਰਹੇ ਸਨ 3% ਰੇਂਜ ਦੇ ਵਿੱਚ। ਅਗਰ ਤੁਹਾਡੇ ਕ੍ਰੈਡਿਟ ਕਾਰਡ ਦੇ ਬੈਲੈਂਸ ਹੈਗੇ ਨੇ ਕਾਫੀ, ਜਾਂ ਕਾਰ ਲੋਨ, ਕਈ ਵਾਰ ਕਾਰ ਲੋਨ ਹੁੰਦਾ ਹੈ 10-11% ਹੁੰਦਾ ਵੇ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕੰਬਾਈਨ ਕਰਕੇ ਆਪਣੇ ਘਰ ਨੂੰ ਰੀਫਾਈਨੈਂਸ ਕਰਾ ਕੇ, ਇਹਨੂੰ ਰੀਫਾਈਨੈਂਸ ਕੈਸ਼ ਆਊਟ ਕਹਿੰਦੇ ਨੇ, ਜਿਹਦੇ ਵਿੱਚ ਕੀ ਹੁੰਦਾ ਕਿ ਮਲਟੀਪਲ ਬੈਨੀਫਿਟ ਹੁੰਦੇ ਨੇ। ਅਗਰ ਤੁਹਾਡਾ ਇੰਟਰਸਟ ਰੇਟ 4.5% ਕਰਦਾ ਹੈਗਾ ਵੇ ਮੌਰਗੇਜ ਦਾ ਰਾਈਟ, ਉਹ ਵੀ ਕੱਟ ਕੇ ਕਲੋਜ਼ 3% ਆ ਜਾਏਗਾ। ਕ੍ਰੈਡਿਟ ਕਾਰਡ ਜਿਹੜੇ ਤੁਸੀਂ 18-19% ਦੇ ਰਹੇ ਹੋ, ਉਹ ਵੀ ਉਹਨਾਂ ਦੇ ਪੈਸੇ ਬੈਂਕ ਘਰ ਤੋਂ ਚੁੱਕ ਕੇ ਉਹ ਪੇ ਕਰ ਦਿਓ, ਉਹ ਵੀ ਤੁਹਾਡਾ ਆਲਮੋਸਟ 3% ਦੇ ਹੋ ਗਏ। ਕਾਰ ਲੋਨ ਅਗਰ 8-9% ਪੇ ਕਰ ਰਹੇ ਹੋ, ਉਹ ਵੀ 3% ਦੇ ਆ ਗਏ। ਤੇ ਸਾਡੀ ਇੰਨੀ ਸਬਸਟੈਂਸ਼ੀਅਲ ਹਜ਼ਾਰਾਂ ਦੇ ਤੁਹਾਡੀ ਸੇਵਿੰਗ ਹੁੰਦੀ ਹੈ ਮੰਥਲੀ। ਅਗਰ ਮੰਥਲੀ ਦੀ ਪੇਮੈਂਟ ਕਰ ਰਹੇ ਹੋ $1.5-2 ਕ੍ਰੈਡਿਟ ਕਾਰਡ ਦੇ ਕਾਰ ਪੇਮੈਂਟ, ਉਹ ਰਿਡਿਊਸ ਹੋ ਕੇ ਆਲਮੋਸਟ 400-500 ਰਹਿ ਜਾਏਗੀ। ਤੇ ਇੰਨਾ ਜਿੱਦਾਂ ਕੁਸ਼ਨ ਮਿਲ ਜਾਂਦਾ ਪੈਸੇ ਦਾ, ਲਾਈਫ ਚੇਂਜ ਹੋ ਜਾਂਦੀ। ਕਈ ਘਰਾਂ ਦੀ ਸੀ ਵੇਖੀ ਹੈ, ਕਈ ਫੈਮਿਲੀਜ਼ ਦੀ ਅਮਰੀਕਾ ਦੇ ਵਿੱਚ, ਦੇ ਲਾਈਫ ਚੇਂਜਸ, ਕਿਉਂਕਿ ਉਹਨਾਂ ਦੀ ਲਾਇਬਿਲਿਟੀ ਸਿਰ ਤੋਂ ਉਤਰ ਗਈ ਐਂਡ ਦੇ ਬਿਕੇਮ ਸੋ ਹੈਪੀ ਐਂਡ ਕੰਫਰਟੇਬਲ। ਤੇ ਇਸ ਕਰਕੇ ਘਰ ਦੇ 'ਚ ਅਗਰ ਐਕੁਇਟੀ ਹੈਗੀ ਹੈ, ਅਸੀਂ ਅਪਰੇਜ਼ਲ ਕਰਾਉਣਾ, ਅਸੀਂ ਤੁਹਾਨੂੰ ਦੱਸ ਦਾਂਗੇ ਵੀ ਕਿੰਨੀ ਤੁਹਾਡੀ ਐਕੁਇਟੀ ਹੈਗੀ, ਕਿੰਨੇ ਪੈਸੇ ਨਿਕਲ ਸਕਦੇ ਨੇ। ਤੇ ਇਹ ਜਿਵੇਂ ਕਿ ਇੱਕ ਤੀਰ ਦੋ ਨਿਸ਼ਾਨੇ ਹੁੰਦੇ ਨੇ, ਕਿ ਮਲਟੀਪਲ ਹੈ ਕਿ ਤੁਸੀਂ ਰੇਟ ਵੀ ਕਢਾਓ ਆਪਣੀ ਮੌਰਗੇਜ ਦਾ, ਪਲੱਸ ਪੈਸੇ ਕੱਢ ਕੇ ਆਪਣੀ ਲਾਇਬਿਲਿਟੀਆਂ ਜਿਹੜੀਆਂ ਨੇ ਹਾਈ ਇੰਟਰਸਟ ਵਾਲੀਆਂ ਸਾਰੀਆਂ ਪੇ ਕਰ ਦਿਓ, ਐਂਡ ਹੈਵ ਅ ਵਨ ਲੰਪ ਸਮ ਪੇਮੈਂਟ ਐਵਰੀ ਮੰਥ। ਜੋ ਤੁਸੀਂ ਬੈਂਕ ਨੂੰ ਦਿੱਤੀ, ਤੁਹਾਡੀ ਸਾਰੀਆਂ ਜ਼ਰੂਰਤਾਂ ਖਤਮ ਹੋ ਗਈਆਂ। ਅਗਰ 10 ਕ੍ਰੈਡਿਟ ਕਾਰਡ ਸੀ ਉਹ ਵੀ ਖਤਮ ਹੋ ਗਏ, ਕਾਰ ਲੋਨ ਸੀ ਉਹ ਵੀ ਖਤਮ ਹੋ ਗਿਆ। So you make one payment to bank ਨੂੰ mortgage pay ਕੀਤੀ, that's it. So it's a good advice. ਅਗਰ ਤੁਹਾਡੇ you have a situation like this, ਸਾਨੂੰ ਕਾਲ ਕਰੋ, we'll help you out to refinance to get you multiple benefits. ਬਿਲਕੁਲ, so you'll get the multiple benefit with Omni Realty. You just have to call one number ਜਿਹੜਾ ਟੀਵੀ ਸਕਰੀਨ ਤੇ ਚੱਲ ਰਿਹਾ ਜੀ, 7184417000। ਇਹ ਨੰਬਰ ਹੈ ਜਿੱਥੋਂ ਤੁਸੀਂ ਆਪਣਾ ਡ੍ਰੀਮ ਹਾਊਸ ਬਾਏ ਵੀ ਕਰ ਸਕਦੇ ਹੋ, ਸੈਲ ਵੀ ਕਰ ਸਕਦੇ ਹੋ। ਗੁਰਦੀਪ ਜੀ, what would you advise to the viewers right now, those who want to sell their house? ਜੇਕਰ ਆਪਣਾ ਘਰ ਵੇਚਣਾ ਚਾਹੁੰਦੇ ਆ, ਕੀ ਐਡਵਾਈਸ ਕਰੋਗੇ ਉਹਨਾਂ ਨੂੰ? ਡੈਫੀਨਿਟਲੀ ਜੇ ਤੁਸੀਂ ਆਪਣਾ ਘਰ ਵੇਚਣ ਦਾ ਅਗਰ ਤੁਸੀਂ ਮਨ ਬਣਾ ਰਹੇ ਹੋ, ਸੋਚ ਰਹੇ ਹੋ, ਤਾਂ ਡੈਫੀਨਿਟਲੀ ਦਿਸ ਇਜ਼ ਦ ਰਾਈਟ ਟਾਈਮ। ਅਸੀਂ ਅੱਗੇ ਵੀ ਆਪਣੇ ਹਰ ਸ਼ੋਅ 'ਚ ਕਹਿੰਦੇ ਆ, ਤੇ ਹੁਣ ਵੀ ਕਹਿ ਰਹੇ ਆ, ਮਾਰਕੀਟ ਹਲੇ ਵੀ ਮਤਲਬ ਹੌਟ ਹੈ, ਟੌਪ ਤੇ ਹੈਗੇ ਪ੍ਰੋਪਰਟੀ ਪ੍ਰਾਈਸਿਸ। ਯੂ ਨੈਵਰ ਨੋ ਸਾਲ ਬਾਅਦ 2 ਸਾਲ ਬਾਅਦ ਮਾਰਕੀਟ ਕੀ ਸਿਚੁਏਸ਼ਨ ਬਣੇਗੀ। ਬਟ ਰਾਈਟ ਨਾਓ ਹੁਣ ਅਗਰ ਤੁਸੀਂ ਸੋਚ ਰਹੇ ਹੋ ਕਿ ਇੱਥੋਂ ਦੀ ਸੈਲ ਕਰਕੇ ਅਸੀਂ ਲੌਂਗ ਆਈਲੈਂਡ ਮੂਵ ਹੋਈਏ, ਜਾਂ ਤੁਸੀਂ ਲੌਂਗ ਆਈਲੈਂਡ ਮੂਵ ਹੋ ਚੁੱਕੇ ਹੋ, ਇੱਥੇ ਪ੍ਰੋਪਰਟੀ ਮੇਨਟੇਨ ਨਹੀਂ ਹੋ ਰਹੀ, ਤੇ ਆਈ ਵੁੱਡ ਸੁਜੈਸਟ ਕਿ ਤੁਸੀਂ ਇੱਥੇ ਪ੍ਰੋਪਰਟੀ ਵੇਚੋ ਤੇ ਡੈਫੀਨਿਟਲੀ ਇਨਵੈਸਟ ਕਰੋ ਲੌਂਗ ਆਈਲੈਂਡ ਦੇ ਵਿੱਚ। ਇੱਥੇ ਵੇਚ ਕੇ ਜਦੋਂ ਤੁਸੀਂ ਵੇਚਣ ਦੀ ਅਗਰ ਤੁਸੀਂ ਸੋਚ ਰਹੇ ਹੋ ਤਾਂ ਸਾਨੂੰ ਕਾਲ ਕਰੋ, ਅਸੀਂ ਆ ਕੇ ਪੂਰਾ ਐਨਾਲਾਈਜ਼ ਕਰਦੇ ਹਾਂ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ਕੱਢਾਂਗੇ, ਪ੍ਰੋਪਰਟੀ ਵੈਲਿਊ ਕੱਢ ਕੇ ਅਸੀਂ ਪ੍ਰੋਪਰਟੀ ਨੂੰ ਪ੍ਰੋਪਰਲੀ ਐਡਵਰਟਾਈਜ਼ ਕਰਦੇ ਹਾਂ, ਘਰ ਦੇ ਅੱਗੇ ਸਾਈਨ ਲੱਗੇਗਾ, ਫਿਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਫੁੱਲ ਫਲੈਜ ਅਸੀਂ ਫਲੱਡ ਕਰ ਦਿੰਦੇ ਹਾਂ ਪ੍ਰੋਪਰਟੀ ਨੂੰ ਕਿ ਤੁਹਾਡੇ ਨੇਬਰਹੁੱਡ ਤੇ ਪ੍ਰੋਪਰਟੀ ਆਈ ਹੈ। ਔਰ ਤੁਹਾਡੇ ਨੇਬਰਹੁੱਡ ਦੇ ਵਿੱਚ ਅਸੀਂ ਸਾਰਿਆਂ ਨੂੰ ਅਸੀਂ ਫਲਾਇਰ ਵੀ ਬਣਵਾਉਂਦੇ ਹਾਂ, ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਫਲਾਇਰਸ ਰੱਖਦੇ ਹਾਂ, ਲੋਕਾਂ ਨੂੰ ਪਤਾ ਲੱਗਦਾ ਹੈ। ਫਿਰ ਅਸੀਂ ਓਪਨ ਹਾਊਸਿਸ ਲਾਉਂਦੇ ਹਾਂ, ਓਪਨ ਹਾਊਸ ਲਗਾਉਣ ਤੋਂ ਪਹਿਲਾਂ ਅਸੀਂ ਗੁਰਦੁਆਰੇ ਦੇ ਅੱਗੇ ਫਲਾਇਰ ਰੱਖ ਦਿੰਦੇ ਹਾਂ ਤਾਂ ਕਿ ਕਮਿਊਨਿਟੀ ਨੂੰ ਪਤਾ ਲੱਗੇ ਕਿ ਸਾਡੇ ਨੇਬਰਹੁੱਡ ਦੇ ਵਿੱਚ ਪ੍ਰੋਪਰਟੀ ਆਈ ਹੈ। ਫਿਰ ਸਾਡੇ ਕੋਲ ਕਈ ਐਸੇ ਬਾਇਰ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਪੈਸੇ ਪਏ ਆ, ਵੀ ਵਾਂਟਡ ਟੂ ਇਨਵੈਸਟ ਮਨੀ, ਫਿਰ ਅਸੀਂ ਉਹਨਾਂ ਨੂੰ ਰਾਈਟ ਵੇ ਗ੍ਰੈਬ ਕਰਕੇ ਤੁਹਾਡੀ ਪ੍ਰੋਪਰਟੀ ਦਿਖਾਉਂਦੇ ਹਾਂ। ਸੋ ਵੀ ਡੂ ਆਵਰ ਬੈਸਟ, ਜਿੰਨੇ ਵੀ ਸਾਡੇ ਕੋਲ ਟੂਲਸ ਹੈਗੇ ਆ, ਜੋ ਵੀ ਸਾਡੇ ਕੋਲ ਪੋਸੀਬਿਲਿਟੀਜ਼ ਹੈਗੀਆਂ ਨੇ, ਵੀ ਡੂ ਆਵਰ ਬੈਸਟ, ਅਸੀਂ ਤੁਹਾਡੀ ਪ੍ਰੋਪਰਟੀ ਦੇ ਟੌਪ ਡਾਲਰਸ ਵੀ ਲੈ ਕੇ ਜਾਂਦੇ ਹਾਂ ਜੀ। ਕਾਲ ਗੁਰਦੀਪ ਕਰਦੀ, ਆਪਣਾ ਘਰ ਵੇਚਣਾ ਹੋਵੇ, ਇੱਕੋ ਨਾਮ ਯਾਦ ਰੱਖਣਾ, ਗੁਰਦੀਪ ਸਿੰਘ। ਬਿਲਕੁਲ, ਗੁਰਦੀਪ ਸਿੰਘ। ਔਰ ਗੁਰਦੀਪ ਸਿੰਘ ਜੀ ਦੇ ਜਿਹੜੇ ਵੇਚੇ ਹੋਏ ਘਰ ਨੇ ਉਹ ਟੌਪ ਡਾਲਰ ਦੇ ਘਰ ਨੇ, ਔਰ ਜਿਨ੍ਹਾਂ ਨੂੰ ਵੀ ਇਹਨਾਂ ਨੇ ਅੱਗੇ ਘਰ ਦਿਵਾਇਆ ਉਹ ਵੀ ਸੈਟਿਸਫਾਈ, ਜਿਨ੍ਹਾਂ ਦਾ ਘਰ ਵੇਚਿਆ ਉਹ ਵੀ ਸੈਟਿਸਫਾਈ। ਜੇਕਰ ਤੁਸੀਂ ਵੀ ਸੈਟਿਸਫਾਈ ਹੋਣਾ ਤਾਂ 7184417000 ਨੰਬਰ ਯਾਦ ਰੱਖਣਾ ਪੈਣਾ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਹੋਰ ਵੀ ਸਵਾਲ ਨੇ ਜਿਹੜੇ ਅਸੀਂ ਹਰਮਨ ਸਿੰਘ ਜੀ ਹੋਰਾਂ ਤੋਂ, ਗੁਰਦੀਪ ਸਿੰਘ ਜੀ ਹੋਰਾਂ ਤੋਂ ਲਵਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਕੀ ਤੁਸੀਂ ਕੁਈਨਜ਼ ਜਾਂ ਫਿਰ ਲੌਂਗ ਆਈਲੈਂਡ ਨਿਊਯਾਰਕ ਦੇ ਵਿੱਚ ਆਪਣਾ ਘਰ ਲੱਭ ਰਹੇ ਹੋ ਤਾਂ ਕਿੱਥੇ ਤੁਸੀਂ ਆਪਣਾ ਘਰ ਲੈ ਸਕਦੇ ਹੋ? ਆਓ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਾਬ ਐਵਨ, ਜਿੱਥੇ ਸਾਡੇ ਨਾਲ ਮੌਜੂਦ ਨੇ ਹਰਮਨ ਸਿੰਘ ਜੀ ਅਤੇ ਗੁਰਦੀਪ ਸਿੰਘ ਜੀ। ਗੁਰਦੀਪ ਸਿੰਘ ਜੀ, ਕਿੱਥੇ ਘਰ ਲੈਣਾ ਚਾਹੀਦਾ, ਲੌਂਗ ਆਈਲੈਂਡ ਦੇ ਵਿੱਚ ਜਾਂ ਕੁਈਨਜ਼ ਦੇ ਵਿੱਚ? ਡੈਫੀਨਿਟਲੀ ਅਗਰ ਤੁਹਾਡੀ ਜੇ ਚੁਆਇਸ ਹੈ ਤੁਹਾਡੀ, ਅਗਰ ਤੁਸੀਂ ਖੁੱਲਾ ਘਰ ਲੈਣਾ ਚਾਹੁੰਦੇ ਹੋ, ਸਪੇਸ਼ੀਅਸ ਘਰ ਲੈਣਾ ਚਾਹੁੰਦੇ ਹੋ, ਸਕੂਲ ਡਿਸਟ੍ਰਿਕਟ ਵਿੱਚ ਤੁਹਾਡੀ ਪ੍ਰੈਫਰੈਂਸ ਹੈ, ਤੇ ਆਈ ਵੁੱਡ ਸੁਜੈਸਟ ਕਿ ਲੌਂਗ ਆਈਲੈਂਡ ਦੇ ਵਿੱਚ ਲਓ, ਕਿਉਂਕਿ ਤੁਹਾਡਾ ਲਾਈਫ ਸਟਾਈਲ ਹੈਗੀ ਉੱਥੇ, ਬੱਚਿਆਂ ਦੀ ਐਜੂਕੇਸ਼ਨ ਹੈ, ਬੱਚਿਆਂ ਦੀ ਬ੍ਰਿੰਗਿੰਗ ਅਪ ਹੈਗੀ ਹੈ, ਬੈਕਯਾਰਡ ਖੁੱਲੇ ਨੇ, ਕਮਰੇ ਖੁੱਲੇ ਨੇ, ਸਭ ਕੁਝ ਹੈਗਾ। ਅਗਰ ਤੁਸੀਂ ਟਰਾਂਸਪੋਰਟੇਸ਼ਨ ਦੇ ਨੇੜੇ ਲੈਣਾ ਚਾਹੁੰਦੇ ਹੋ, ਸਪੋਜ਼ ਤੁਹਾਡੀ ਜੌਬ ਐਸਟੋਰੀਆ 'ਚ ਹੈ ਜਾਂ ਨਾਸਰ ਤੇ ਕੁਈਨਸ ਦੇ ਵਿੱਚ ਕਿਧਰੇ ਵੀ ਹੈ ਜਾਂ ਮੈਨਹੈਟਨ ਕਿਧਰੇ ਵੀ ਹੈ, ਫਿਰ
ਤੁਹਾਡੀ ਚੋਇਸ ਬਣ ਜਾਂਦੀ ਹੈ ਕਿ ਅਸੀਂ ਕੁਈਨ ਸਿਟੀ ਲਈਏ ਜਾਂ ਲੌਂਗ ਆਈਲੈਂਡ ਵਿੱਚ ਲਈਏ। ਬਟ ਅਗਰ ਮੇਰੀ ਸੁਜੈਸ਼ਨ ਲਓ ਤੇ ਡੈਫੀਨਿਟਲੀ ਲੌਂਗ ਆਈਲੈਂਡ 'ਚ ਘਰ ਤੁਸੀਂ ਇਸ ਟਾਈਮ ਵੇਖੋ, ਇਨਵੈਂਟਰੀ ਬਹੁਤ ਜ਼ਿਆਦਾ ਵੇ ਉੱਥੇ, ਘਰ ਵੀ ਅੱਛੇ ਮਿਲ ਰਹੇ ਨੇ, 3 ਬੈਡਰੂਮ 4 ਬੈਡਰੂਮ ਦੇ ਘਰ ਹੁੰਦੇ ਆ, ਬੇਸਮੈਂਟ ਨਾਲ ਹੁੰਦੀ ਹੈ, ਬੈਕਯਾਰਡ ਖੁੱਲਾ ਹੁੰਦਾ ਹੈ, ਤੁਹਾਡੇ ਸ਼ੌਂਕ ਪੂਰੇ ਹੋਣਗੇ, ਬੱਚਿਆਂ ਦੇ ਸ਼ੌਂਕ ਪੂਰੇ ਹੋਣਗੇ ਤੇ ਦੈਟਸ ਇਟ, ਨਾਸਰ ਕਾਉਂਟੀ ਇਜ਼ ਦ ਬੈਸਟ। ਸ਼ੌਕ ਦਾ ਕੋਈ ਮੁੱਲ ਨਹੀਂ। ਤਾਂ ਨਾਸਰ ਕਾਉਂਟੀ ਦੇ ਵਿੱਚ ਜੇਕਰ ਤੁਸੀਂ ਘਰ ਲੱਭ ਰਹੇ ਹੋ, ਨਾਸਰ ਕਾਉਂਟੀ ਆਖਿਰਕਾਰ ਉਹਦੇ ਵਿੱਚ ਪੈਂਦਾ ਕੀ ਹੈ। ਨਾਸਰ ਕਾਉਂਟੀ ਦੇ ਵਿੱਚ ਨਿਊ ਹਾਈਟ ਪਾਰਕ ਤੋਂ ਤੁਸੀਂ ਸ਼ੁਰੂ ਹੁੰਦੇ ਹੋ, ਨਿਊ ਹਾਈਟ ਪਾਰਕ ਤੋਂ ਬਾਅਦ ਤੁਸੀਂ ਆ ਜਾਂਦੇ ਹੋ ਮੈਨਹੈਸਟ ਹਿੱਲ, ਜਿਹੜਾ ਟਾਊਨ ਆਫ ਨਾਰਥ ਹੈਮਸਟੈਡ ਹੈ ਉਹਦੇ ਵਿੱਚ ਸੀਰਿੰਗ ਟਾਊਨ, ਰੋਜ਼ਲਿਨ ਹਾਰਬਰ, ਰੋਜ਼ਲਿਨ ਹਾਈਟਸ, ਪੋਰਟ ਵਾਸ਼ਿੰਗਟਨ, ਮੈਨਹੈਸਟ ਹਿਲਸ। ਤੁਸੀਂ ਜੇਕਰ ਅੱਗੇ ਜਾਣਾ ਚਾਹੁੰਦੇ ਹੋ ਟਾਊਨ ਆਫ ਫੋਸਟਰ ਬੇ ਦੇ ਵਿੱਚ ਤਾਂ ਤੁਸੀਂ ਹਿਕਸਵਿਲ, ਪਲੇਨ ਵਿਊ, ਬੈਥਪੇਜ, ਮਿਨੀਓਲਾ, ਵੈਸਟਬਰੀ, ਤੁਸੀਂ ਜਿਹੜਾ ਜੈਰੀਕੋ ਹੈ, ਵਨ ਆਫ ਦ ਬੈਸਟ ਟਾਊਨ ਡਿਸਟ੍ਰਿਕਟਸ ਵੈਨ ਇਟ ਕਮਸ ਟੂ ਸਕੂਲ ਡਿਸਟ੍ਰਿਕਟਸ, ਉਹਦੇ ਵਿੱਚ ਉੱਥੇ ਵੀ ਤੁਸੀਂ ਘਰ ਲੈ ਸਕਦੇ ਹੋ। ਮਟਨ ਟਾਊਨ ਹੈਗਾ, ਉੱਥੇ ਵੀ ਤੁਸੀਂ ਘਰ ਬਾਏ ਕਰ ਸਕਦੇ ਹੋ। ਐਂਡ ਅੱਜ ਕੱਲ੍ਹ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਮੈਕਸਿਮਮ ਹਿਕਸਵਿਲ ਔਰ ਪਲੇਨ ਵਿਊ ਜਿੱਥੇ ਇਹ ਮੂਵ ਹੋ ਰਹੀ ਹੈ, ਔਰ ਉੱਥੇ ਘਰ ਜਿਹੜੇ ਨੇ ਓਮਨੀ ਰਿਐਲਟੀ ਦੇ ਅਵੇਲੇਬਲ ਨੇ। ਜੇਕਰ ਤੁਸੀਂ ਹੋਰ ਅੱਗੇ ਜਾਣਾ ਚਾਹੁੰਦੇ ਹੋ ਐਗਜ਼ਿਟ 50 ਦੇ ਵੱਲ ਤਾਂ ਤੁਸੀਂ ਡਿਕਸ ਹਿਲਸ ਵੀ ਜਾ ਸਕਦੇ ਹੋ। ਡਿਕਸ ਹਿਲਸ ਦੇ ਵਿੱਚ ਵੀ ਘਰ ਜਿਹੜੇ ਨੇ ਉਹ ਵੱਡੇ ਘਰ ਅਵੇਲੇਬਲ ਨੇ। ਜੇਕਰ ਤੁਸੀਂ ਹੋਰ ਅੱਗੇ ਜਾਣਾ ਚਾਹੁੰਦੇ ਹੋ ਤੁਸੀਂ ਸਫਲਕ ਕਾਉਂਟੀ ਦੇ ਵਿੱਚ ਵੀ ਆਪਣਾ ਘਰ ਵੇਖ ਸਕਦੇ ਹੋ, ਤਾਂ ਉੱਥੇ ਵੀ ਓਮਨੀ ਰਿਐਲਟੀ ਜਿਹੜੀ ਹੈ ਆਪਣੀ ਪੂਰੀ ਸਰਵਿਸਿਜ਼ ਦਿੰਦੀ ਹੈ। ਬਕਾਇਦਾ ਤੌਰ ਤੇ ਤੁਹਾਨੂੰ ਜਿਹੜਾ ਘਰ ਹੈ ਉਹ ਲਾਜ਼ਮੀ ਹਿਕਸਵਿਲ ਦੇ ਵਿੱਚ $500,000 ਤੋਂ ਲੈ ਕੇ ਮੋਰ ਦੈਨ 2 ਮਿਲੀਅਨ 3 ਮਿਲੀਅਨ ਤੱਕ ਦਾ ਘਰ ਜਿਹੜਾ ਤੁਹਾਨੂੰ ਮਿਲ ਸਕਦਾ। ਔਰ ਤੁਹਾਨੂੰ ਵੱਡੇ ਘਰ ਜਿਹੜੇ ਚਾਹੀਦੇ ਉਹ ਵੀ ਜੈਰੀਕੋ ਦੇ ਵਿੱਚ, ਕਿਉਂਕਿ ਅਮਰੀਕਾ ਦਾ ਜਿਹੜਾ ਸਭ ਤੋਂ ਬੈਸਟ ਸਕੂਲ ਡਿਸਟ੍ਰਿਕਟ ਉਹਨੂੰ ਮੰਨਿਆ ਜਾਂਦਾ, ਉੱਥੇ ਵੀ ਤੁਹਾਨੂੰ ਘਰ ਜਿਹੜਾ ਅਵੇਲੇਬਲ ਹੋਏਗਾ। ਕਈ ਸਾਰੇ ਸਵਾਲ ਜਿਹੜੇ ਨੇ ਉਹ ਵੀ ਆਏ ਹੋਏ ਨੇ ਤੇ ਉਹਨਾਂ ਦੇ ਉੱਤੇ ਵੀ ਅਸੀਂ ਚਾਨਣਾ ਪਾ ਲੈਂਦੇ ਆ। ਆਈ ਮੇਡ ਮੋਰ ਇਨਕਮ ਇਨ 2020 ਐਂਡ ਮੇਕਿੰਗ ਲੈਸ ਇਨ 2021 ਵੁੱਡ ਬੀ ਅ ਪ੍ਰੋਬਲਮ। ਦੇਖੋ, ਅਗਰ 2020 ਤੁਸੀਂ ਪੈਸੇ ਜ਼ਿਆਦਾ ਕਮਾਏ ਸੀ, ਦੈਟ ਵਾਸ ਅ ਪੈਂਡੈਮਿਕ ਟਾਈਮ। ਆਮ ਤੌਰ ਤੇ ਲੋਕਾਂ ਦੀ ਇਨਕਮ ਘਟ ਗਈ ਸੀ 2020 ਦੇ ਵਿੱਚ। ਸਰਟਨ ਇੰਡਸਟਰੀ ਜਿਹੜੀ ਸੀਗੀਆਂ ਜਿਨ੍ਹਾਂ 'ਚ ਇਨਕਮ ਵਧੀ ਸੀਗੀ, ਤੇ ਅਗਰ ਤੁਹਾਡੀ ਇਨਕਮ 2021 'ਚ ਘੱਟ ਹੈ, there must be a reason, ਕਿਉਂਕਿ 2021 ਦੇ ਵਿੱਚ ਆਲਮੋਸਟ ਇਨਕਮ ਸਭ ਦੀ ਬੈਕ ਟੂ ਨਾਰਮਲ ਆ ਰਹੀ ਹੈ, ਤੇ there must be a reason। ਤੇ ਉਹਦੇ ਵਾਸਤੇ ਤੁਸੀਂ ਸਾਨੂੰ ਕਾਲ ਕਰੋ, ਗਿਵ ਮੀ ਦਾ ਪਰਫੈਕਟ ਸਿਨੈਰੀਓ ਕਿ ਤੁਹਾਡਾ ਸਿਨੈਰੀਓ ਐਗਜ਼ੈਕਟਲੀ ਹੈ ਕੀ ਹੈ, ਐਂਡ ਦੈਨ ਆਈ ਕੈਨ ਹੈਲਪ ਯੂ। ਕਿਉਂਕਿ ਮੈਨੂੰ ਥੋੜਾ ਜਿਹਾ ਲੱਗ ਰਿਹਾ ਹੈ ਕਿ ਵੀ ਇਟਸ ਆਈਦਰ ਜਾਂ ਈਅਰ ਮਿਕਸ ਹੋ ਗਿਆ, ਕਿਉਂਕਿ ਜਾਂ 20 'ਚ ਘੱਟ ਸੀ ਤੇ 21 'ਚ ਜ਼ਿਆਦਾ ਵੇ। ਸੋ ਪਲੀਜ਼ ਕਾਲ ਮੀ, ਮੇਰੇ ਨੰਬਰ 'ਤੇ ਕਾਲ ਕਰਕੇ ਕਾਲ ਕਰ ਲਓ and I'll discuss with you because I'll help you out कि income घटी है। अगर the short term income घटी है last 2 months we okay back to normal आ रही है अक्टूबर नवंबर ਦੇ ਵਿੱਚ we can manage it। ਹੁਣ ਕਈ ਵਾਰ ਹੁੰਦਾ ਹੈ ਜੌਬ ਤੋਂ ਪ੍ਰਮੋਸ਼ਨ ਹੁੰਦੀ ਹੈ, ਲੈਟਰ ਮਿਲ ਜਾਂਦਾ ਕਿ ਤੁਹਾਡੀ ਪ੍ਰਮੋਸ਼ਨ ਹੋ ਰਹੀ ਹੈ ਨਵੰਬਰ 1 ਤੋਂ, ਤੁਹਾਡੀ ਸੈਲਰੀ ਇਨਕਰੀਜ਼ ਹੋ ਗਈ ਹੈ, ਅਸੀਂ ਉਹਦੀ ਬੇਸ ਤੇ ਵੀ ਲੋਨ ਕਰ ਸਕਦੇ ਹਾਂ। ਤੇ ਜਸਟ ਐਕਸਪਲੇਨ ਮੀ ਦਾ ਸਿਨੈਰੀਓ ਕਿ ਵੀ ਇਨਕਮ ਕਿਉਂ ਘਟੀ ਹੈ 21 and I will definitely ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਕੇ we'll get the loan done for you। ਜੀ 7184417000 ਦਾ ਨੰਬਰ ਹੈ, ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਹਰਮਨ ਸਿੰਘ ਜੀ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ। ਸਵਾਲ ਇੱਕ ਹੋਰ ਵੀ ਹੈ ਜੀ, what is the difference between FHA and conventional PMI? ਦੇਖੋ, FHA ਤੇ ਕਨਵੈਨਸ਼ਨਲ ਲੋਨ ਹੁੰਦੇ ਨੇ ਕਿ ਇਹਦੇ ਵਿੱਚ ਇਹ ਇੱਕ ਬਹੁਤ ਹੀ ਕਨਫਿਊਜ਼ਿੰਗ ਦਾ ਟਾਪਿਕ ਹੈ ਕੰਜ਼ਿਊਮਰ ਵਾਸਤੇ, ਕਿਉਂਕਿ FHA ਲੋਕ ਆਮ ਤੌਰ ਤੇ ਸਾਨੂੰ ਲੋਕ ਕਾਲ ਆਉਂਦੀ ਹੈ ਜੀ ਅਸੀਂ 25% ਲੋਨ ਦੇ ਰਹੇ, ਸਾਡਾ FHA ਲੋਨ ਕਰ ਦਿਓ, ਔਰ ਸਾਡਾ ਕ੍ਰੈਡਿਟ ਸਕੋਰ 740 ਹੈ। FHA ਲੋਨ ਜਿਹੜੇ ਨੇ ਗਵਰਨਮੈਂਟ ਸਪਾਂਸਰਡ ਲੋਨ ਹੈਗੇ ਨੇ, ਗਵਰਨਮੈਂਟ ਜਿਹੜੀ ਲੋਨ ਕਰਦੀ ਹੈ, ਗਵਰਨਮੈਂਟ ਇਨਕਰੇਜ ਕਰਦੀ ਹੈ ਕਿ ਹਰ ਬੰਦਾ ਆਪਣਾ ਕਰ ਲਵੇ। ਉਹਦੇ ਵਿੱਚ ਗਵਰਨਮੈਂਟ ਵੱਲੋਂ ਲੋ ਕ੍ਰੈਡਿਟ ਸਕੋਰ 580 ਐਕਸੈਪਟ ਹੁੰਦਾ ਵੇ, ਡਾਊਨ ਪੇਮੈਂਟ 3.5% ਐਕਸੈਪਟ ਹੁੰਦੀ ਹੈ। ਕਨਵੈਨਸ਼ਨਲ ਦੇ ਵਿੱਚ ਡਾਊਨ ਪੇਮੈਂਟ ਜ਼ਿਆਦਾ ਚਾਹੀਦੀ ਹੁੰਦੀ ਹੈ, ਸਕੋਰ ਹਾਈ ਚਾਹੀਦੇ ਹੁੰਦੇ ਨੇ। ਕਨਵੈਨਸ਼ਨਲ ਲੋਨ ਜਿਹੜੇ ਨੇ ਸਸਤੇ ਹੁੰਦੇ ਨੇ ਕਿਉਂਕਿ ਉਹਨਾਂ ਦੀ PMI ਜਿਹੜੀ ਹੁੰਦੀ ਥੋੜੀ ਸਸਤੀ ਹੁੰਦੀ ਹੈ। PMI ਹੁੰਦੀ ਹੈ ਕਿ ਜਦੋਂ ਬੈਂਕ ਨੂੰ ਆਪਣਾ ਇਹ ਲੋਨ ਤੁਹਾਡਾ ਜਿਹੜਾ ਹਾਈ ਰਿਸਕ ਲੋਨ ਹੋ ਜਾਂਦਾ, ਜਦੋਂ ਤੁਸੀਂ 20% ਨੂੰ ਘੱਟ ਡਾਊਨ ਦੇ ਰਹੇ ਹੋ, ਹਾਈ ਰਿਸਕ ਹੋ ਗਿਆ, ਤੇ ਇਹਨੂੰ ਬੈਂਕ ਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ, ਐਕਸਟਰਾ ਇੰਸ਼ੋਰੈਂਸ, ਉਹਦੀ ਕਾਸਟ ਤੁਸੀਂ ਪੇ ਕਰਦੇ ਹੋ। FHA ਕਿਉਂਕਿ ਜ਼ਿਆਦਾ ਰਿਸਕੀ ਲੋਨ ਹੁੰਦੇ ਨੇ ਕਿਉਂਕਿ ਡਾਊਨ ਪੇਮੈਂਟ ਘੱਟ ਹੈ, ਸਕੋਰ ਵੀ ਘੱਟ ਹੁੰਦੇ ਨੇ, ਉਹਦੀ PMI ਪ੍ਰਾਈਵੇਟ ਮੋਰਗੇਜ ਇੰਸ਼ੋਰੈਂਸ ਕਹਿੰਦੇ ਨੇ, ਉਹ ਹੋਰ ਜ਼ਿਆਦਾ ਹੁੰਦੀ ਹੈ, ਤੇ ਉਹਦੇ ਇਸ ਕਰਕੇ FHA ਲੋਨ ਜਿਹੜੇ ਨੇ ਦੇ ਸਮ ਟਾਈਮ ਇਜ਼ ਮੋਰ ਐਕਸਪੈਂਸਿਵ ਦੈਨ ਕਨਵੈਨਸ਼ਨਲ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਪਹਿਲਾਂ ਅਸੀਂ ਕਨਵੈਨਸ਼ਨਲ ਕਰੀਏ, ਨਹੀਂ ਹੋਇਆ ਤਾਂ ਵੀ ਐਕਸਪਲੇਨ ਦਾ ਕੰਜ਼ਿਊਮਰ ਕਿ ਤੁਹਾਨੂੰ FHA ਲੋਨ ਹੋਏਗਾ, ਉਹਦਾ ਇਹ ਸਿਚੁਏਸ਼ਨ ਹੈਗੀ ਹੈ। ਕਨਵੈਨਸ਼ਨਲ ਦੀ PMI ਦਾ ਬੈਨੀਫਿਟ ਹੁੰਦਾ ਹੈ ਕਿ ਸਾਲ 2 ਸਾਲ ਬਾਅਦ ਤੁਸੀਂ ਉਹਨੂੰ ਰਿਮੂਵ ਕਰਵਾ ਸਕਦੇ ਹੋ, ਤੁਹਾਡੇ ਘਰ ਦੀ ਵੈਲਿਊ ਵੱਧ ਗਈ ਹੈ ਜਾਂ ਤੁਸੀਂ ਐਕਸਟਰਾ ਡਾਊਨ ਪੇਮੈਂਟ ਦੇਤੀ ਹੈ 20% ਦੇ ਲਾਇਕ। FHA ਦਾ PMI ਰਿਮੂਵ ਨਹੀਂ ਹੁੰਦੀ, ਭਾਵੇਂ ਤੁਸੀਂ 10% ਡਾਊਨ ਦਿਓ 20% ਦਿਓ, ਡਜ਼ਨਟ ਮੈਟਰ, ਉਹ PMI ਫੋਰਐਵਰ ਰਹਿੰਦੀ ਹੈ। ਤੇ ਇਸ ਕਰਕੇ ਥੋੜਾ ਜਿਹਾ ਕਨਫਿਊਜ਼ਿੰਗ ਟਾਪਿਕ ਹੈ ਕੰਜ਼ਿਊਮਰ ਵਾਸਤੇ। ਸਾਨੂੰ ਕਾਲ ਕਰੋ, ਤੁਹਾਨੂੰ ਅਸੀਂ ਡਿਟੇਲ 'ਚ ਸਮਝਾਵਾਂਗੇ ਕਿ ਵਾਟ ਇਜ਼ ਦ ਡਿਫਰੈਂਸ। ਤੇ ਅਗਰ ਤੁਸੀਂ ਕਨਵੈਨਸ਼ਨਲ ਕੁਆਲੀਫਾਈ ਕਰੋਗੇ, ਭਾਵੇਂ ਸਾਡੇ ਕੋਲ ਆ ਜਾਂ ਕਿਸੇ ਕੋਲ ਵੀ ਜਾਓ, ਦੇ ਸ਼ੁੱਡ ਪੁੱਟ ਯੂ ਇਨ ਦ ਕਨਵੈਨਸ਼ਨਲ ਪ੍ਰੋਗਰਾਮ ਫਸਟ
then FHA. ਜੀ ਗੁਰਦੀਪ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕੁਝ ਅਪੀਲ ਕਰਨਾ ਚਾਹੋਗੇ? Definitely ji, this is the time to buy, to sell. Buy ਦਾ ਇਸ ਕਰਕੇ ਟਾਈਮ ਹੈ ਕਿਉਂਕਿ ਇੰਟਰਸਟ ਰੇਟਸ ਆਰ ਵੈਰੀ ਲੋ। ਅਸੀਂ ਹਮੇਸ਼ਾ ਰਿਪੀਟ ਕਰਦੇ ਆ ਇੰਟਰਸਟ ਰੇਟਸ ਆਰ ਹਿਸਟੋਰੀਕਲ ਲੋ ਹੈਗੇ ਨੇ। ਖਰੀਦਣ ਦੀ ਸੋਚ ਰਹੇ ਹੋ ਤਾਂ ਡੈਫੀਨਿਟਲੀ ਘਰੋਂ ਬਾਹਰ ਨਿਕਲੋ, ਸਾਡੇ ਕੋਲ ਆਓ, ਆਪਣੀ ਸਰਚੇਸ ਕਰੋ, ਜਿਹੜੀ ਹੈਲਪ ਚਾਹੀਦੀ ਅਸੀਂ ਇੱਥੇ ਬੈਠੇ ਆ। ਤੁਹਾਨੂੰ ਤੁਹਾਡੀ ਮਤਲਬ ਦੀ ਪ੍ਰਾਪਰਟੀ, ਰਾਈਟ ਪ੍ਰਾਪਰਟੀ ਤੁਹਾਨੂੰ ਲੈ ਕੇ ਦੇਵਾਂਗੇ, ਰਾਈਟ ਟਾਊਨ 'ਚ ਲੈ ਕੇ ਦੇਵਾਂਗੇ, ਤੁਹਾਡੇ ਨਾਲ ਬੈਠਾਂਗੇ, ਟਾਈਮ ਸਪੈਂਡ ਕਰਾਂਗੇ, ਤੁਹਾਡੀ ਸਾਰੀ ਰਿਕੁਆਇਰਮੈਂਟਸ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ, ਫਿਰ ਤੁਹਾਨੂੰ ਸੁਜੈਸਟ ਵੀ ਕਰਾਂਗੇ ਵੀ ਕੀ ਤੁਹਾਡੇ ਵਾਸਤੇ ਕੀ ਬੈਟਰ ਹੈ। ਫਿਰ ਉਸ ਤੋਂ ਬਾਅਦ ਅਗਰ ਤੁਸੀਂ ਸੈਲ ਕਰਨਾ ਚਾਹੁੰਦੇ ਹੋ ਕਿ ਦਿਸ ਇਜ਼ ਸਟਿਲ ਦ ਬੈਸਟ ਟਾਈਮ ਟੂ ਸੈਲ ਦ ਹਾਊਸ, ਮਾਰਕੀਟ ਇਜ਼ ਸਟਿਲ ਹੌਟ, people are looking for the houses, they wanted to spend the money, they have the money, they wanted to invest the money। ਤੇ ਘਰ 2 ਫੈਮਿਲੀ 3 ਫੈਮਿਲੀ ਸਾਡੇ ਕੋਲ ਇਨਵੈਂਟਰੀ ਹੈਗੀ ਹੈ, ਸਾਡੇ ਕੋਲ ਹੋਰ ਵੀ ਪ੍ਰਾਪਰਟੀਆਂ ਆ ਰਹੀਆਂ ਨੇ। ਡੈਫੀਨਿਟਲੀ ਮਾਰਕੀਟ 'ਚ ਬੈਠੇ ਆ, ਲੋਕਾਂ ਦੀ ਲੈਂਗੁਏਜ ਬੋਲਦੇ ਆ, ਪੀਪਲ ਲਾਈਕ ਅਸ, ਅਸੀਂ ਉਹਨਾਂ ਨੂੰ ਪੂਰੇ ਅਸੀਂ ਗਾਈਡ ਕਰਦੇ ਆ, ਸੱਚ ਬੋਲਦੇ ਆ ਤੇ ਵੀ ਡੂ ਆਵਰ ਬੈਸਟ। ਹਰਮਨ ਜਾਂਦੇ ਜਾਂਦੇ ਕੀ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ? ਜਾਂਦੇ ਅਪੀਲ ਹੈ ਜੋ ਮੈਂ ਹਮੇਸ਼ਾ ਪ੍ਰੋਗਰਾਮ ਦੇ ਐਂਡ 'ਚ ਇੱਕੋ ਅਪੀਲ ਕਰਦਾ ਹਾਂ ਕਿ ਆਪਣਾ ਘਰ ਲਓ, ਕਿਸੇ ਐਕਸਪਰਟ ਦੀ ਐਡਵਾਈਸ ਲਓ। ਫੋਨ ਵਾਲੇ ਕਰੋੜਪਤੀ ਵੇਖ ਲਓ, ਉਹਦੇ 'ਚ ਐਕਸਪਰਟ ਐਡਵਾਈਸ ਹੁੰਦੀ ਹੈ। ਐਡਵਾਈਸ ਜਿਹੜੀ ਹੈ ਸਾਡੇ ਕੋਲ ਲਓ, ਫ੍ਰੀ ਐਡਵਾਈਸ ਹੈ। ਉੱਥੇ ਜਾਣਾ ਪਿਆ, ਉੱਥੇ ਜਾਣ ਵਾਸਤੇ ਤੁਹਾਨੂੰ ਬੜਾ ਮਿਹਨਤ ਕਰਨੀ ਪੈਂਦੀ ਹੈ, ਇੱਥੇ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈ। ਇੱਕ ਫੋਨ ਚੁੱਕੋ, ਸਾਨੂੰ ਕਾਲ ਕਰੋ, ਤੁਹਾਨੂੰ ਫ੍ਰੀ ਐਡਵਾਈਸ ਮਿਲੇਗੀ, ਟਰੂਥਫੁਲ ਐਡਵਾਈਸ ਮਿਲੇਗੀ, ਕੋਈ ਕਾਸਟ ਨਹੀਂ ਹੈ, ਚਾਰਜ ਨਹੀਂ ਹੈ, ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਕਿਉਂਕਿ ਅਸੀਂ ਬੜੀ ਹਜ਼ਾਰਾਂ ਲੋਕਾਂ ਦੀ ਲਾਈਫ ਚੇਂਜ ਕੀਤੀ ਹੈ। ਜਸਟ ਉਹਨਾਂ ਨੇ ਫੋਨ ਕੀਤਾ ਸਾਨੂੰ ਕਿ ਅਸੀਂ ਘਰ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ। ਤੁਸੀਂ ਬਸ ਇੱਕ ਫੋਨ ਕਰਨਾ ਹੈ, ਬਾਕੀ ਲੀਵ ਇਟ ਟੂ ਦ ਐਕਸਪਰਟ ਐਡਵਾਈਸ ਵਾਸਤੇ ਸਾਡੇ ਐਂਡ ਵਿਲ ਗਿਵ ਯੂ ਦ ਐਕਸਪਰਟ ਐਡਵਾਈਸ ਐਂਡ ਅਸੀਂ ਪੂਰੀ ਕੋਸ਼ਿਸ਼ ਕਰਕੇ ਤੁਹਾਨੂੰ ਘਰ ਲੈ ਕੇ ਦੇਵਾਂਗੇ। ਸੋ ਉੱਥੇ ਕਰੋੜਪਤੀ ਬਣ ਰਿਹਾ ਕੋਈ, ਇੱਥੇ ਤੁਸੀਂ ਮਿਲੀਅਨਰ ਬਣਾਓਗੇ। ਬਣਨਾ ਆਣੇ ਤੁਹਾਡੇ ਕੋਲ ਵੈਲਥ ਹੀ ਹੈ। ਸੋ ਫॉर हैव अ wealth in your account or in your life, you can just call 7184417000 and ਤੁਹਾਡੀ ਲਾਈਫ ਜਿਹੜੀ ਹੈ ਉਹ ਚੇਂਜ ਹੋਏਗੀ। ਇੱਕ ਨਵਾਂ ਭਵਿੱਖ ਤੁਹਾਡਾ ਸ਼ੁਰੂ ਹੋਏਗਾ। you'll have a new future where you can sustain and have a good life, where you can take your family in a good place। ਔਰ ਨਾਲ ਹੀ ਤੁਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਡ੍ਰੀਮ ਹਾਊਸ ਜੋ ਕਿ ਹਰ ਕੋਈ ਅਮਰੀਕਾ ਦੇ ਵਿੱਚ ਆ ਕੇ ਸੋਚਦਾ, ਉਹ ਵੀ ਤੁਸੀਂ ਲੈ ਸਕੋਗੇ। ਥੈਂਕ ਯੂ ਸੋ ਮਚ ਗੁਰਦੀਪ ਸਿੰਘ ਜੀ, ਥੈਂਕ ਯੂ ਸੋ ਮਚ। ਆਪਣੇ ਸਾਰੇ ਦਰਸ਼ਕਾਂ ਨੂੰ ਕਿ ਘਰ ਵੇਚਣਾ ਜਿਹੜਾ ਨਾ ਇੱਕ ਬਹੁਤ ਹੀ ਇਮੋਸ਼ਨਲ ਪਾਰਟ ਹੁੰਦਾ ਵੇ। ਸਾਨੂੰ ਜਦੋਂ ਕਾਲ ਆਉਂਦੀ ਸੀ 15 ਸਾਲ 20 ਸਾਲ ਘਰ ਚ ਰਹੇ ਤੇ ਘਰ ਵੇਚਣਾ ਹੈਗਾ ਵੇ, ਉਹ ਜਿਹੜੀ ਇਹ ਡਿਟੈਚਮੈਂਟ ਕਰਨੀ ਬੜੀ ਔਖੀ ਹੁੰਦੀ ਹੈ। ਉਹ ਇਹ ਵੀ ਡਰ ਹੁੰਦਾ ਹੈ ਕਿ ਵੀ ਸਾਨੂੰ ਪ੍ਰੋਪਰ ਏਜੰਟ ਮਿਲੇਗਾ, ਪ੍ਰੋਪਰ ਸੇਲ ਹੋਏਗੀ। ਸਾਡੇ ਨਾਲ ਕੋਈ ਏਜੰਟ ਵਾਲਾ ਰਿਲੇਸ਼ਨਸ਼ਿਪ ਨਹੀਂ ਹੋਏਗਾ ਤੁਹਾਡਾ, ਤੁਹਾਡਾ ਫੈਮਿਲੀ ਰਿਲੇਸ਼ਨਸ਼ਿਪ ਹੋਏਗਾ ਔਰ ਅਸੀਂ ਤੁਹਾਡੀ ਟਰਮਸ ਉੱਤੇ ਘਰ ਵੇਚਾਂਗੇ, ਨਾ ਕਿ ਸਾਡੀ ਟਰਮਸ ਉੱਤੇ। ਬਿਲਕੁਲ ਸਹੀ ਗੱਲ ਹੈ ਜੀ। ਅਸੀਂ ਕਹੀਏ ਕਿ ਅਸੀਂ ਕਮਿਸ਼ਨ ਨੂੰ ਅੱਗੇ ਰੱਖ ਕੇ ਤੁਹਾਡੇ ਘਰ ਦੀ ਸੇਲ ਨੂੰ ਅਸੀਂ ਪਿੱਛੇ ਕੀਤੀ ਹੋਵੇ। ਜਸਟ ਵੀ ਆਰ ਪ੍ਰਾਊਡ ਆਫ ਆਵਰ ਵਰਕ ਐਥਿਕ ਸਾਡੇ ਜੋ ਹੈਗੇ ਨੇ ਕਿ ਅਸੀਂ ਤੁਹਾਨੂੰ ਵੈਲਿਊ ਕਰਕੇ ਤੁਹਾਡੀ ਕੰਡੀਸ਼ਨਾਂ ਤੇ ਤੁਹਾਡੀ ਟਰਮਸ ਉੱਤੇ ਘਰ ਵੇਚਾਂਗੇ। ਤੇ ਫਿਰ ਘਰ ਵਿੱਚ ਕਾਲ ਕਰੋ, ਤੁਹਾਨੂੰ ਐਕਸਪੀਰੀਅੰਸ ਦੇਖਣਾ ਕਿ ਵਟ ਐਕਸਪੀਰੀਅੰਸ ਤੁਹਾਨੂੰ ਹੋਏਗਾ। ਭਾਵੇਂ 4 ਏਜੰਟ ਨੂੰ ਕੰਸਲਟ ਕਰੋ, ਮਗਰ ਜੋ ਸਾਡਾ ਐਕਸਪੀਰੀਅੰਸ ਹੋਏਗਾ ਇਟ ਵਿਲ ਬੀ ਅਨਬਿਲੀਵੇਬਲ। ਤੁਸੀਂ ਆਓਗੇ, ਸਾਡੇ ਕੋਲ ਆਓਗੇ, ਯੂ ਵਿਲ ਬੀ ਸੋ ਹੈਪੀ ਟੂ ਸੈਲ ਦ ਹਾਊਸ ਟੂ ਅਸ। ਆਫ ਕੋਰਸ। ਔਰ ਤੁਸੀਂ 7184417000 ਤੇ ਕਾਲ ਕਰ ਸਕਦੇ ਹੋ ਔਰ ਆਪਣੀ ਕੋਈ ਵੀ ਜਾਣਕਾਰੀ ਜਿਹੜੀ ਹੈ ਫ੍ਰੀ ਪਰਸਨਲ ਕੰਸਲਟੇਸ਼ਨ ਹਰਮਨ ਸਿੰਘ ਹੋਰਾਂ ਤੋਂ ਲੈ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਜਸ ਪੰਜਾਬੀ ਤੇ ਸ਼ੋਅ ਵੇਖਿਆ ਸੀ ਐਂਡ ਵੀ ਨੀਡ ਯੋਰ ਫ੍ਰੀ ਪਰਸਨਲ ਕੰਸਲਟੇਸ਼ਨ। ਥੈਂਕ ਯੂ ਸੋ ਮਚ ਅੱਜ ਤੁਸੀਂ ਸਾਡੇ ਨਾਲ ਜੁੜੇ। ਨੈਕਸਟ ਵੀਕ ਆਵਾਂਗੇ ਔਰ ਲੈ ਕੇ ਆਵਾਂਗੇ ਹੋਰ ਕਈ ਸਾਰੇ ਸਵਾਲ ਔਰ ਦੱਸਾਂਗੇ ਕੀ ਕੁਝ ਸਰਗਰਮੀਆਂ ਹਨ ਰੀਅਲ ਏਸਟੇਟ ਜਗਤ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਆ ਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਨੈਕਸਟ ਵੀਕ ਮਿਲਾਂਗੇ। ਜਿੰਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ। ਹਾਂ, ਜੇ ਅੱਗੇ ਲਾਈਫ ਖੁਸ਼ ਰੱਖਣੀ ਹੈ ਤੇ ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ੍ਰੀ ਅਕਾਲ।